ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ ਸਵਾਗਤ। ਪੇਸ਼ ਆਂ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। 200 ਤੋਂ ਵਧੇਰੇ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ। ਟਰੰਪ ਨੇ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ 'ਚ ਬੰਦ ਕੀਤੇ 59,000 ਪ੍ਰਵਾਸੀ। ਕੈਨੇਡਾ ਅਪਰਾਧੀਆਂ ਲਈ ਸਖਤ ਕਰਨ ਜਾ ਰਿਹਾ ਕਾਨੂੰਨ। ਟਰੰਪ ਨੇ ਨਾਟੋ ਦੀ ਸਮੂਹਿਕ ਰੱਖਿਆ ਗਰੰਟੀ ਬਾਰੇ ਮੁੜ ਉਠਾਏ ਸਵਾਲ। ਈਰਾਨ ਮਗਰੋਂ ਹੁਣ ਪੁਤਿਨ ਦੇ ਮਗਰ ਪਿਆ ਟਰੰਪ। ਅਮਰੀਕਾ ਅਗਲੇ ਹਫਤੇ ਈਰਾਨ ਦੇ ਨਾਲ ਪਰਮਾਣੂ ਗੱਲਬਾਤ ਕਰੇਗਾ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਵਤਨ ਵਾਪਸੀ ਯੋਜਨਾ ਦੇ ਤਹਿਤ ਮੰਗਲਵਾਰ ਨੂੰ 203 ਵੈਨਜ਼ੂਏਲਾ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ। ਇਸ ਯੋਜਨਾ ਦਾ ਉਦੇਸ਼ ਵੈਨਜ਼ੂਏਲਾ ਸਰਕਾਰ ਦੁਆਰਾ ਦੁਖੀ ਨਾਗਰਿਕਾਂ ਦੀ ਵਾਪਸੀ ਦੀ ਸਹੂਲਤ ਦੇਣਾ ਹੈ। ਇੱਥੇ ਅਧਿਕਾਰੀਆਂ ਨੇ ਦੱਸਿਆ ਕਿ 168 ਪੁਰਸ਼ਾਂ, 29 ਔਰਤਾਂ ਅਤੇ 6 ਬੱਚਿਆਂ ਦਾ ਸਮੂਹ ਸਾਈਮਨ ਬੋਲੀਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ, ਜਿੱਥੇ ਅਧਿਕਾਰੀਆਂ ਦੁਆਰਾ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਗਈਆਂ। ਇਹ ਉਡਾਨ ਅਮਰੀਕਾ ਅਤੇ ਵੈਨਜ਼ੂਏਲਾ ਦੇ ਵਿਚਕਾਰ ਹੋਏ ਸਮਝੌਤੇ ਤਹਿਤ ਹੁਣ ਤੱਕ ਦੀ 37ਵੀਂ ਵਾਪਸੀ ਹੈ, ਜਿਸ ਵਿੱਚ ਅਮਰੀਕਾ ਵੈਨਜ਼ੂਏਲਾ ਦੇ ਪ੍ਰਵਾਸੀਆਂ ਨੂੰ ਵਾਪਸ ਭੇਜਦਾ ਹੈ ਅਤੇ ਵੈਨਜ਼ੂਏਲਾ ਉਹਨਾਂ ਦੇ ਪੁਨਰ ਨਿਵਾਸ ਵਿੱਚ ਮਦਦ ਕਰਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਯੋਜਨਾ ਵਾਪਸ ਪਰਤਣ ਵਾਲਿਆਂ ਨੂੰ ਪੁਨਰ ਨਿਵਾਸ ਵਿੱਚ ਮਦਦ ਕਰਨ ਅਤੇ ਸੁਰੱਖਿਅਤ ਵਾਪਸੀ ਦੇ ਉਹਨਾਂ ਦੇ ਅਧਿਕਾਰ ਦੀ ਰੱਖਿਆ ਲਈ ਸਮਾਜਿਕ ਨੀਤੀਆਂ ਰਾਹੀਂ ਸਹਿਯੋਗ ਕਰਦੀ ਹੈ। ਅਮਰੀਕਾ ਦੇ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿੱਚ ਬੰਦ ਪ੍ਰਵਾਸੀਆਂ ਦੀ ਗਿਣਤੀ 59,000 ਦੇ ਰਿਕਾਰਡ ਆંકੜੇ ਤੋਂ ਟੱਪ ਚੁੱਕੀ ਹੈ ਅਤੇ ਇਸ ਦੇ ਬਾਵਜੂਦ ਛਾਪਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਵਿਭਾਗ ਦੇ ਕੋਲ 41,500 ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਰੱਖਣ ਦੀ ਸਮਰੱਥਾ ਮੌਜੂਦ ਹੈ, ਪਰ CBS ਨਿਊਜ਼ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਹਿਰਾਸਤੀ ਕੇਂਦਰਾਂ ਵਿੱਚ 1.5 ਗੁਣਾ ਵੱਧ ਪ੍ਰਵਾਸੀ ਡਕੇ ਹੋਏ ਹਨ। ਦੂਜੇ ਪਾਸੇ ਫੈਡਰਲ ਸਰਕਾਰ ਦੇ ਆંકੜੇ ਦਰਸਾਉਂਦੇ ਹਨ ਕਿ ਡਿਟੈਂਸ਼ਨ ਸੈਂਟਰਾਂ ਵਿੱਚ ਬੰਦ ਤਕਰੀਬਨ ਅੱਧੇ ਪ੍ਰਵਾਸੀਆਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ। ਦੂਜੇ ਪਾਸੇ ਫੈਡਰਲ ਸਰਕਾਰ ਦੇ ਆંકੜੇ ਦਰਸਾਉਂਦੇ ਹਨ ਕਿ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਬੰਦ ਤਕਰੀਬਨ ਅੱਧੇ ਪ੍ਰਵਾਸੀਆਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਅਤੇ ਕਿਸੇ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਪ੍ਰਵਾਸੀਆਂ ਦੀ ਗਿਣਤੀ 30% ਤੋਂ ਵੀ ਘੱਟ ਬਣਦੀ ਹੈ। ਦੱਸ ਦਈਏ ਕਿ ਆਈਸ ਵੱਲੋਂ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਮੌਜੂਦ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅਤੇ ਕਿਸੇ ਅਪਰਾਧਿਕ ਮਾਮਲੇ ਵਿੱਚ ਸ਼ਾਮਲ ਹੋਣ ਤੇ ਸਿੱਧਾ ਡਿਪੋਰਟ ਕੀਤਾ ਜਾਂਦਾ ਹੈ। ਆਈਸ ਦੇ ਅੰਦਰੂਨੀ ਆંકੜਿਆਂ ਦੇ ਮੁਤਾਬਕ ਜੂਨ ਮਹੀਨੇ ਦੌਰਾਨ ਰੋਜ਼ਾਨਾ ਔਸਤਨ 1200 ਗੈਰ ਕਾਨੂੰਨੀ ਪ੍ਰਵਾਸੀ ਗ੍ਰਿਫਤਾਰ ਕੀਤੇ ਜਾ ਰਹੇ ਸਨ, ਪਰ 2 ਮੌਕਿਆਂ ਤੇ ਗ੍ਰਿਫਤਾਰੀ ਦਾ ਆંકੜਾ 2000 ਤੋਂ ਟੱਪ ਗਿਆ। ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦੋਂ ਇੱਕੋ ਵੇਲੇ 59,000 ਪ੍ਰਵਾਸੀਆਂ ਦਾ ਹਿਰਾਸਤ ਵਿੱਚ ਲਿਆ ਗਿਆ ਹੈ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਇਮੀਗ੍ਰੇਸ਼ਨ ਹਿਰਾਸਤੀਆਂ ਦੀ ਗਿਣਤੀ ਦਾ ਸਿਖਰ 55,000 ਦਰਜ ਕੀਤਾ ਗਿਆ। ਆਈਸ ਦੇ 2 ਸਾਬਕਾ ਅਫਸਰਾਂ ਨੇ ਇਸ ਬਾਰੇ ਦੱਸਿਆ ਕਿ ਉਹਨਾਂ ਨੇ ਆਪਣੀ ਨੌਕਰੀ ਦੌਰਾਨ ਇਮੀਗ੍ਰੇਸ਼ਨ ਹਿਰਾਸਤ ਵਿੱਚ ਇੰਨੇ ਪ੍ਰਵਾਸੀ ਕਦੀ ਨਹੀਂ ਦੇਖੇ। ਆਲੋਚਕਾਂ ਦਾ ਕਹਿਣਾ ਹੈ ਕਿ ਜਦੋਂ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਾਂ ਵਿੱਚ ਇੰਨੀ ਸਮਰੱਥਾ ਹੀ ਨਹੀਂ ਤਾਂ 1.5 ਗੁਣਾ ਵੱਧ ਪ੍ਰਵਾਸੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਿਵੇਂ ਕੀਤਾ ਗਿਆ ਹੈ। ਉਹਨਾਂ ਨੇ ਸਵਾਲ ਉਠਾਇਆ ਕਿ ਕੀ ਇੱਕ ਮੰਜੇ ਤੇ 2-2 ਜਣਿਆਂ ਨੂੰ ਸੌਣ ਵਾਸਤੇ ਮਜਬੂਰ ਕੀਤਾ ਜਾਂਦਾ ਹੈ ਅਤੇ ਸਭਨਾਂ ਵਾਸਤੇ ਲੋੜੀਂਦੀ ਖੁਰਾਕ ਮੁਹੱਈਆ ਕਰਵਾਉਣ ਦੇ ਕਿਹੋ ਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਉਲਟ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਮਾਇਤ ਪ੍ਰਾਪਤ ਵਨ ਬਿਗ ਬਿਊਟੀਫੁਲ ਬਿੱਲ ਵਿੱਚ ਡਿਟੈਂਸ਼ਨ ਸੈਂਟਰਾਂ ਵਿਚਲੇ ਮੰਜਿਆਂ ਦੀ ਗਿਣਤੀ ਵਧਾ ਕੇ 1 ਲੱਖ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਔਸਟਿਨ ਨੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਕਿ ਆਈਸ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਪ੍ਰਵਾਸੀਆਂ ਨੂੰ ਸੰਭਾਵਤ ਤੌਰ ਤੇ ਅਣਮਨੁੱਖੀ ਹਾਲਾਤ ਵਿੱਚ ਰਹਿਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਚੇਤੇ ਰਹੇ ਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿੱਚ ਬੰਦ ਪ੍ਰਵਾਸੀਆਂ ਨੂੰ ਕਿਸੇ ਵੀ ਮੁਲਕ ਵੱਲ ਡਿਪੋਰਟ ਕਰਨ ਦੀ ਹਰੀ ਝੰਡੀ ਦੇ ਦਿੱਤੀ ਸੀ। ਹੁਣ ਟਰੰਪ ਸਰਕਾਰ ਪ੍ਰਵਾਸੀਆਂ ਨੂੰ ਆਪਣੀ ਮਰਜ਼ੀ ਮੁਤਾਬਕ ਸੈਂਕੜਿਆਂ ਜਾਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸੇ ਵੀ ਮੁਲਕ ਵੱਲ ਡਿਪੋਰਟ ਕਰ ਸਕਦੀ ਹੈ, ਪਰ ਇਸ ਬਾਰੇ ਮੀਡੀਆ ਨੂੰ ਵਿਸਤਾਰਿਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾਂਦੀ। ਕੈਨੇਡਾ ਦੀ ਫੈਡਰਲ ਮੰਤਰੀ ਰੂਬੀ ਸਹੋਤਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਪਤਝੜ ਵਿੱਚ
ਸਾਡੀ ਸਰਕਾਰ ਹਿੰਸਕ ਅਪਰਾਧੀਆਂ ਲਈ ਜ਼ਮਾਨਤ ਅਤੇ ਸਜ਼ਾ ਦੇ ਨਿਯਮਾਂ ਨੂੰ ਸਖਤ ਕਰਨ ਲਈ ਨਵਾਂ ਕਾਨੂੰਨ ਪੇਸ਼ ਕਰੇਗੀ। ਕੈਨੇਡੀਅਨ ਆਪਣੇ ਘਰਾਂ ਅਤੇ ਆਪਣੇ ਭਾਈਚਾਰਿਆਂ ਵਿੱਚ ਸੁਰੱਖਿਅਤ ਮਹਿਸੂਸ ਕਰਨ ਦੇ ਹੱਕਦਾਰ ਹਨ। ਇਸ ਲਈ ਅਸੀਂ ਪਰਿਵਾਰਾਂ ਦੀ ਰੱਖਿਆ ਕਰਨ, ਕਾਨੂੰਨ ਲਾਗੂ ਕਰਨ ਦਾ ਸਮਰਥਨ ਕਰਨ ਅਤੇ ਖਤਰਨਾਕ ਅਪਰਾਧੀਆਂ ਨੂੰ ਆਪਣੀਆਂ ਸੜਕਾਂ ਤੋਂ ਦੂਰ ਰੱਖਣ ਲਈ ਕੰਮ ਕਰ ਰਹੇ ਹਾਂ। ਇਸ ਤੋਂ ਇਲਾਵਾ ਜਸਟਿਸ ਮੰਤਰੀ ਸ਼ਾਨ ਫਰੇਜ਼ਰ ਨੇ ਕਿਹਾ ਕਿ ਜ਼ਮਾਨਤ ਪ੍ਰਣਾਲੀ ਨੂੰ ਠੀਕ ਕਰਨ ਲਈ ਸਰਕਾਰ ਦੇ ਸਾਰੇ ਪੱਧਰਾਂ ਤੋਂ ਕੰਮ ਦੀ ਲੋੜ ਹੋਵੇਗੀ। ਸੰਘੀ ਸਰਕਾਰ ਹੋਣ ਦੇ ਨਾਤੇ ਅਸੀਂ ਅਪਰਾਧਿਕ ਜ਼ਾਬਤੇ ਲਈ ਜ਼ਿੰਮੇਵਾਰ ਹਾਂ, ਜਦਕਿ ਕਾਨੂੰਨ ਪਹਿਲਾਂ ਹੀ ਕਹਿੰਦਾ ਹੈ ਕਿ ਅਪਰਾਧੀ ਜੋ ਜਨਤਾ ਲਈ ਖਤਰਾ ਪੈਦਾ ਕਰਦੇ ਹਨ ਅਤੇ ਜਾਂ ਭੱਜਣ ਦਾ ਜੋਖਮ ਰੱਖਦੇ ਹਨ, ਉਹਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਜਾਣਾ ਚਾਹੀਦਾ ਹੈ। ਅਸੀਂ ਜਾਣਦੇ ਹਾਂ ਕਿ ਹੋਰ ਵੀ ਬਹੁਤ ਕੁਝ ਕਰਨਾ ਹੈ, ਇਸ ਲਈ ਅਸੀਂ ਜ਼ਮਾਨਤ ਅਤੇ ਸਜ਼ਾ ਦੇ ਦਿਸ਼ਾ ਨਿਰਦੇਸ਼ਾਂ ਨੂੰ ਸਖਤ ਬਣਾਉਣ ਦੇ ਲਈ ਪਤਝੜ ਵਿੱਚ ਇਸ ਕਾਨੂੰਨ ਨੂੰ ਪੇਸ਼ ਕਰਨ ਜਾ ਰਹੇ ਹਾਂ। ਪਰ ਇਹਨਾਂ ਤਬਦੀਲੀਆਂ ਦਾ ਸਾਰਥਕ ਪ੍ਰਭਾਵ ਪਾਉਣ ਦੇ ਲਈ ਸੂਬਿਆਂ ਨੂੰ ਵੀ ਆਪਣਾ ਹਿੱਸਾ ਪਾਉਣ ਦੀ ਲੋੜ ਹੈ। ਸੂਬਿਆਂ ਨੂੰ ਜ਼ਮਾਨਤ ਅਦਾਲਤਾਂ, ਜੇਲ੍ਹਾਂ ਅਤੇ ਕਰਾਊਨ ਪ੍ਰੋਸੀਕਿਊਟਰਸ ਦਫ਼ਤਰਾਂ ਦਾ ਪ੍ਰਬੰਧਨ ਕਰਨ ਲਈ ਜ਼ਿੰਮੇਵਾਰ ਹਨ। ਉਹਨਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਉਹਨਾਂ ਦੇ ਕੋਲ ਢੁਕਵਾਂ ਫੰਡ ਹੋਵੇ ਤਾਂ ਜੋ ਜੇਲ੍ਹਾਂ ਵਿੱਚ ਜਗ੍ਹਾ ਹੋਵੇ ਅਤੇ ਕਰਾਊਨ ਪ੍ਰੋਸੀਕਿਊਟਰਸ ਕੋਲ ਜ਼ਮਾਨਤ ਦੀਆਂ ਸੁਣਵਾਈਆਂ ਲੜਨ ਦੇ ਲਈ ਸਰੋਤ ਹੋਣ। ਉਹਨਾਂ ਨੇ ਕਿਹਾ ਕਿ ਮਾਂ ਕਾਰਨੀ ਦੀ ਅਗਵਾਈ ਹੇਠ ਸੰਘੀ ਸਰਕਾਰ ਸੂਬਿਆਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ ਤਾਂ ਜੋ ਪਾੜੇ ਨੂੰ ਪੂਰਾ ਕੀਤਾ ਜਾ ਸਕੇ ਅਤੇ ਯਕੀਨੀ ਬਣਾਇਆ ਜਾ ਸਕੇ ਕਿ ਸਾਡੀ ਅਪਰਾਧਿਕ ਨਿਆਂ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰੇ। ਹਿੰਸਕ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਹੋਣਾ ਚਾਹੀਦਾ ਹੈ। ਉਹਨਾਂ ਨੇ ਵੀ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਵਿੱਚ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਮੁੜ ਤੋਂ ਨੀਦਰਲੈਂਡਸ ਵਿੱਚ ਨਾਟੋ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਤਿਆਰੀ ਦੌਰਾਨ ਆਪਣੇ ਸਹਿਯੋਗੀਆਂ ਤੇ ਹਮਲੇ ਦੀ ਸਥਿਤੀ ਵਿੱਚ ਉਹਨਾਂ ਦੀ ਰੱਖਿਆ ਕਰਨ ਦੀ ਅਮਰੀਕਾ ਦੀ ਵਚਨਬੱਧਤਾ ਤੇ ਸਵਾਲ ਉਠਾਏ। ਆਪਣੇ ਪਹਿਲੇ ਕਾਰਜਕਾਲ ਵਾਂਗ ਹੀ ਟਰੰਪ ਨੇ ਸੁਝਾਅ ਦਿੱਤਾ ਕਿ ਉਹਨਾਂ ਦਾ ਸਮਰਥਨ ਇਸ ਗੱਲ ਤੇ ਨਿਰਭਰ ਕਰੇਗਾ ਕਿ ਅਮਰੀਕਾ ਦੇ ਸਹਿਯੋਗੀ ਰੱਖਿਆ ਤੇ ਲੋੜੀਂਦਾ ਖਰਚ ਕਰ ਰਹੇ ਹਨ ਜਾਂ ਨਹੀਂ। ਉਹਨਾਂ ਨੇ ਮੰਗ ਕੀਤੀ ਕਿ ਯੂਰਪੀ ਸਹਿਯੋਗੀ ਅਤੇ ਕੈਨੇਡਾ ਆਪਣੀ ਸੁਰੱਖਿਆ ਲਈ ਕੁੱਲ ਘਰੇਲੂ ਉਤਪਾਦ ਦਾ 5% ਸਮਰਪਿਤ ਕਰਨ। ਇਸ ਤੋਂ ਇਲਾਵਾ ਹੇਗ ਵਿੱਚ ਮੀਟਿੰਗ ਤੋਂ ਪਹਿਲਾਂ ਟਰੰਪ ਨੇ 에ਅਰ ਫੋਰਸ 1 ਵਿੱਚ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਾਟੋ ਦੇ ਸਥਾਪਨਾ ਸਮਝੌਤੇ ਦੀ ਧਾਰਾ 5 ਸੰਗਠਨ ਦੀ ਸਮੂਹਿਕ ਸੁਰੱਖਿਆ ਗਾਰੰਟੀ ਪ੍ਰਤੀ ਸਾਡੀ ਵਚਨਬੱਧਤਾ ਤੁਹਾਡੀ ਪਰਿਭਾਸ਼ਾ ਤੇ ਨਿਰਭਰ ਕਰਦੀ ਹੈ। ਟਰੰਪ ਨੇ ਕਿਹਾ ਕਿ ਧਾਰਾ 5 ਦੀਆਂ ਕਈ ਪਰਿਭਾਸ਼ਾਵਾਂ ਹਨ, ਤੁਸੀਂ ਜਾਣਦੇ ਹੋ ਹੈ ਨਾ, ਤੇ ਉਹਨਾਂ ਨੇ ਸਵਾਲ ਕਿਹਾ ਕਿ ਪਰ ਮੈਂ ਉਹਨਾਂ ਦਾ ਦੋਸਤ ਬਣਨ ਲਈ ਵਚਨਬੱਧ ਹਾਂ। ਉਹਨਾਂ ਨੇ ਸੰਕੇਤ ਦਿੱਤਾ ਕਿ ਸਿਖਰ ਸੰਮੇਲਨ ਵਿੱਚ ਆਉਣ ਤੋਂ ਬਾਅਦ ਉਹ ਧਾਰਾ 5 ਦੇ ਅਰਥ ਨੂੰ ਹੋਰ ਵਧੇਰੇ ਸਟੀਕ ਤੌਰ ਤੇ ਪਰਿਭਾਸ਼ਿਤ ਕਰਨਗੇ। ਨਾਟੋ ਆਗੂਆਂ ਨੇ ਰੱਖਿਆ ਖਰਚ ਵਿੱਚ ਜ਼ਿਕਰਯੋਗ ਵਾਧੇ ਬਾਰੇ ਸਹਿਮਤੀ ਜ਼ਾਹਰ ਕੀਤੀ, ਪਰ ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਲਾਂਭੇ ਕੀਤੇ ਹੋਏ ਸਨ। ਸਾਲ 2022 ਤੋਂ ਰੂਸ ਨਾਲ ਜੰਗ ਵਿੱਚ ਰੁੱਝਿਆ ਯੂਕਰੇਨ ਹਮੇਸ਼ਾ ਨਾਟੋ ਸਿਖਰ ਸੰਮੇਲਨ ਵਿੱਚ ਚਰਚਾ ਦੇ ਕੇਂਦਰ ਵਿੱਚ ਰਿਹਾ ਹੈ, ਪਰ ਜਦੋਂ ਗੱਠਜੋੜ ਦੇ ਆਗੂਆਂ ਦੀ ਸਾਲਾਨਾ ਮੀਟਿੰਗ ਹੇਗ ਵਿੱਚ ਸ਼ੁਰੂ ਹੋਈ ਤਾਂ ਜ਼ੈਲੈਂਸਕੀ ਕਮਰੇ ਵਿੱਚ ਨਹੀਂ ਸਨ। ਨੀਦਰਲੈਂਡ ਦੇ ਹੇਗ ਵਿੱਚ ਹੋਏ ਨਾਟੋ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਯੂਕਰੇਨ ਜੰਗ ਤੇ ਆਪਣਾ ਰੁਖ ਸਖਤ ਕਰਦਿਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚੇਤਾਵਨੀ ਦਿੱਤੀ ਹੈ ਕਿ ਹੁਣ ਉਹ ਜੰਗ ਖਤਮ ਕਰਨ। ਟਰੰਪ ਨੇ ਕਿਹਾ ਕਿ ਜੇ ਜੰਗ ਨਹੀਂ ਰੁਕੀ ਤਾਂ ਨਾਟੋ ਅਤੇ ਅਮਰੀਕਾ ਦੁਸ਼ਮਣ ਦੇ ਸਾਹਮਣੇ ਆਪਣਾ ਅਟਲ ਸੁਰੱਖਿਆ ਘੇਰਾ ਖੜਾ ਕਰਨਗੇ। ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੇ ਨਾਲ ਉੱਚ ਪੱਧਰੀ ਮੁਲਾਕਾਤ ਕੀਤੀ, ਜਿਸ ਦੌਰਾਨ ਉਹਨਾਂ ਨੇ ਯੂਕਰੇਨ ਨੂੰ ਹੋਰ ਪੈਟਰੀਅਟ ਹਵਾਈ ਰੱਖਿਆ ਪ੍ਰਣਾਲੀ ਦੇਣ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਗੱਲ ਕਹੀ। ਟਰੰਪ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਮਿਜ਼ਾਈਲਾਂ ਪ੍ਰਾਪਤ ਕਰਨਾ ਬਹੁਤ ਮੁਸ਼ਕਿਲ ਹੈ, ਪਰ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਵਿੱਚੋਂ ਕੁਝ ਯੂਕਰੇਨ ਨੂੰ ਉਪਲਬਧ ਕਰਵਾਈਆਂ ਜਾ ਸਕਦੀਆਂ ਹਨ। ਨਾਟੋ ਸੰਮੇਲਨ ਵਿੱਚ ਇਹ ਵੀ ਸਾਫ਼ ਹੋਇਆ ਕਿ ਸਾਰੀ ਨਾਟੋ, ਜਿਸ ਵਿੱਚ ਅਮਰੀਕਾ ਵੀ ਸ਼ਾਮਲ ਹੈ, ਯੂਕਰੇਨ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨਾਟੋ ਦੇ ਆਗੂਆਂ ਨੇ ਯੂਕਰੇਨ ਨੂੰ ਲੰਬੇ ਸਮੇਂ ਲਈ ਸਹਾਇਤਾ ਜਾਰੀ ਰੱਖਣ ਅਤੇ ਰੂਸ ਦੇ ਖਿਲਾਫ ਇੱਕ ਮਜ਼ਬੂਤ ਸੁਰੱਖਿਆ ਘੇਰਾ ਬਣਾਈ ਰੱਖਣ ਦੀ ਗੱਲ ਕੀਤੀ। ਟਰੰਪ ਪੁਤਿਨ ਸੰਪਰਕ ਵਿੱਚ ਹਨ। ਟਰੰਪ ਨੇ ਦੱਸਿਆ ਕਿ ਉਹਨਾਂ ਦੀ ਪੁਤਿਨ ਦੇ ਨਾਲ ਟੈਲੀਫੋਨ ਤੇ ਗੱਲਬਾਤ ਹੋਈ, ਜਿਸ ਦੌਰਾਨ ਪੁਤਿਨ ਨੇ ਮੱਧ ਪੂਰਬੀ ਮਾਮਲਿਆਂ 'ਚ ਮਦਦ ਦੀ ਪੇਸ਼ਕਸ਼ ਕੀਤੀ, ਪਰ ਟਰੰਪ ਨੇ ਪੁਤਿਨ ਨੂੰ ਜਵਾਬ ਦਿੱਤਾ ਕਿ ਤੁਸੀਂ ਮੈਨੂੰ ਰੂਸ ਨਾਲ ਸੰਬੰਧਿਤ ਮਾਮਲੇ 'ਚ ਮਦਦ ਕਰੋ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਪੁਤਿਨ ਲਈ ਇਹ ਜੰਗ ਹੁਣ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਅਤੇ ਉਹ ਵੀ ਇਸ ਨੂੰ ਖਤਮ ਕਰਨਾ ਚਾਹੁੰਦੇ ਹਨ। ਪੈਟਰੀਅਟ ਮਿਜ਼ਾਈਲ ਸਿਸਟਮ ਇੱਕ ਅਮਰੀਕੀ ਹਵਾਈ ਰੱਖਿਆ ਪ੍ਰਣਾਲੀ ਹੈ ਜੋ ਦੁਸ਼ਮਣ ਦੀਆਂ ਮਿਜ਼ਾਈਲਾਂ, ਡਰੋਨ ਜਾਂ ਲੜਾਕੂ ਜਹਾਜ਼ਾਂ ਨੂੰ ਹਵਾ ਵਿੱਚ ਹੀ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਪ੍ਰਣਾਲੀ ਯੂਕਰੇਨ ਦੀ ਰੱਖਿਆ ਲਈ ਬਹੁਤ ਜ਼ਰੂਰੀ ਮੰਨੀ ਜਾ ਰਹੀ ਹੈ,
ਖਾਸ ਕਰਕੇ ਜਦੋਂ ਰੂਸ ਵੱਲੋਂ ਹਵਾਈ ਹਮਲੇ ਵੱਧ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਗਲੇ ਹਫ਼ਤੇ ਅਮਰੀਕਾ ਈਰਾਨ ਦੇ ਨਾਲ ਪਰਮਾਣੂ ਵਾਰਤਾ ਕਰੇਗਾ ਅਤੇ ਈਰਾਨ ਦੀਆਂ ਪਰਮਾਣੂ ਇੱਛਾਵਾਂ ਨੂੰ ਖਤਮ ਕਰਨ ਲਈ ਵਚਨਬੱਧਤਾ ਦੀ ਮੰਗ ਕਰੇਗਾ। ਉਹਨਾਂ ਨੇ ਈਰਾਨ ਤੇ ਅਮਰੀਕੀ ਹਮਲਿਆਂ ਨੂੰ ਇਜ਼ਰਾਈਲ ਅਤੇ ਤਹਿਰਾਨ ਵਿਚਕਾਰ ਜੰਗ ਦੇ ਤੇਜ਼ੀ ਨਾਲ ਅੰਤ ਲਈ ਸਹਾਰਾ ਦਿੱਤਾ। ਟਰੰਪ ਨੇ ਕਿਹਾ ਕਿ ਐਤਵਾਰ ਦੇ ਹਮਲੇ ਵਿੱਚ ਵੱਡੇ ਬੰਕਰ ਬਸਟਿੰਗ ਬੰਬਾਂ ਦੀ ਵਰਤੋਂ ਕਰਨ ਦੇ ਉਹਨਾਂ ਦੇ ਫੈਸਲੇ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਤਬਾਹ ਕਰ ਦਿੱਤਾ ਹੈ ਅਤੇ ਨਤੀਜੇ ਨੂੰ ਸਾਰਿਆਂ ਲਈ ਇੱਕ ਜਿੱਤ ਦੱਸਿਆ ਹੈ। ਉਹਨਾਂ ਨੇ ਕਿਹਾ ਇਹ ਬਹੁਤ ਗੰਭੀਰ ਸੀ, ਇਹ ਤਬਾਹੀ ਸੀ। ਇਸ ਦੌਰਾਨ ਚਿੰਤਿਤ ਈਰਾਨੀ ਅਤੇ ਇਜ਼ਰਾਈਲੀ ਲੋਕ 12 ਦਿਨਾਂ ਦੇ ਸਭ ਤੋਂ ਤੀਬਰ ਟਕਰਾਅ ਅਤੇ ਮੰਗਲਵਾਰ ਨੂੰ ਲਾਗੂ ਹੋਏ ਜੰਗਬੰਦੀ ਤੋਂ ਬਾਅਦ ਆਮ ਜੀਵਨ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੇਗ ਵਿੱਚ ਨਾਟੋ ਸੰਮੇਲਨ ਵਿੱਚ ਸ਼ਾਮਲ ਹੁੰਦਿਆਂ ਟਰੰਪ ਨੇ ਕਿਹਾ ਕਿ ਉਹ ਈਰਾਨ ਨੂੰ ਦੁਬਾਰਾ ਪਰਮਾਣੂ ਹਥਿਆਰਾਂ ਦੇ ਵਿਕਾਸ ਵਿੱਚ ਸ਼ਾਮਲ ਨਹੀਂ ਦੇਖਦੇ। ਟਰੰਪ ਨੇ ਕਿਹਾ, ਅਸੀਂ ਅਗਲੇ ਹਫ਼ਤੇ ਈਰਾਨ ਦੇ ਨਾਲ ਗੱਲ ਕਰਾਂਗੇ। ਅਸੀਂ ਇੱਕ ਸਮਝੌਤਾ ਕਰ ਸਕਦੇ ਹਾਂ। ਮੈਨੂੰ ਨਹੀਂ ਪਤਾ, ਮੇਰੇ ਲਈ ਮੈਨੂੰ ਨਹੀਂ ਲੱਗਦਾ ਕਿ ਇਹ ਕਿੰਨਾ ਜ਼ਰੂਰੀ ਹੈ। ਭਾਰਤੀ ਐਸਟਰੋਨੌਟ ਸੁਭਾਂਸ਼ੂ ਸ਼ੁਕਲਾ ਐਕਸੀਅਮ ਮਿਸ਼ਨ 4 ਦੇ ਤਹਿਤ ਕੌਮਾਂਤਰੀ ਪੁਲਾੜ ਕੇਂਦਰ ਵੱਲ ਰਵਾਨਾ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਇਹ ਮਿਸ਼ਨ 6 ਵਾਰ ਵੱਖ-ਵੱਖ ਤਕਨੀਕੀ ਮੁਸ਼ਕਲਾਂ ਕਰਕੇ ਟਾਲਣਾ ਪਿਆ। ਸੁਭਾਂਸ਼ੂ ਨਾਲ 3 ਹੋਰ ਪੁਲਾੜ ਯਾਤਰੀ ਵੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਵੱਲ ਰਵਾਨਾ ਹੋਏ। ਪੁਲਾੜ ਵਿੱਚ ਦਾਖਲ ਹੋਣ ਮਗਰੋਂ ਸੁਭਾਂਸ਼ੂ ਨੇ ਕਿਹਾ ਕਿ ਮੋਢੇ ਤੇ ਲੱਗਾ ਭਾਰਤੀ ਝੰਡਾ, ਯਾਨੀ ਕਿ ਉਸਦੇ ਜੋ ਸ਼ੋਲਡਰ ਤੇ ਭਾਰਤੀ ਝੰਡਾ ਲੱਗਾ ਹੈ, ਇਹ ਦਰਸਾਉਂਦਾ ਹੈ ਕਿ ਸਭਨਾਂ ਦੀਆਂ ਦੁਆਵਾਂ ਉਹਨਾਂ ਦੇ ਨਾਲ ਹਨ। ਉਧਰ ਲਾਂਚਿੰਗ ਸਫਲ ਹੋਣ ਮਗਰੋਂ ਸੁਭਾਂਸ਼ੂ ਦੇ ਮਾਤਾ-ਪਿਤਾ ਆਸ਼ਾ ਸ਼ੁਕਲਾ ਅਤੇ ਸ਼ੰਭੂ ਸ਼ੁਕਲਾ ਜਜ਼ਬਾਤੀ ਹੋ ਗਏ। ਇੱਥੇ ਦੱਸਣਾ ਬਣਦਾ ਹੈ ਕਿ ਫਲੋਰੀਡਾ ਵਿਖੇ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਮਿਸ਼ਨ ਆਰੰਭ ਹੋਈ ਅਤੇ ਸਪੇਸਐਕਸ ਦਾ ਫਾਲਕਨ 9 ਰਾਕੇਟ ਪੁਲਾੜ ਯਾਤਰੀਆਂ ਨੂੰ ਲੈ ਕੇ ਰਵਾਨਾ ਹੋ ਗਿਆ। ਇਹ ਸਪੇਸਕ੍ਰਾਫਟ ਭਾਰਤੀ ਸਮੇਂ ਮੁਤਾਬਕ 26 ਜੂਨ ਨੂੰ ਸ਼ਾਮ ਤਕਰੀਬਨ 4:30 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਨਾਲ ਜੁੜੇਗਾ। ਅਮਰੀਕਾ ਦੇ ਪੁਲਾੜ ਏਜੰਸੀ ਨਾਸਾ ਅਤੇ ਭਾਰਤੀ ਏਜੰਸੀ ਇਸਰੋ ਦਰਮਿਆਨ ਹੋਏ ਸਮਝੌਤੇ ਦੇ ਤਹਿਤ ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ ਨੂੰ ਇਸ ਮਿਸ਼ਨ ਵਾਸਤੇ ਚੁਣਿਆ ਗਿਆ। ਕੌਮਾਂਤਰੀ ਪੁਲਾੜ ਸਟੇਸ਼ਨ ਤੇ ਜਾਣ ਵਾਲੇ ਉਹ ਦੂਜੇ ਭਾਰਤੀ ਹਨ। 41 ਸਾਲ ਪਹਿਲਾਂ ਰਾਕੇਸ਼ ਸ਼ਰਮਾ ਨੇ ਸੋਵੀਅਤ ਯੂਨੀਅਨ ਦੇ ਸਪੇਸਕ੍ਰਾਫਟ ਰਾਹੀਂ ਪੁਲਾੜ ਦਾ ਸਫ਼ਰ ਕੀਤਾ। ਸੁਭਾਂਸ਼ੂ ਦਾ ਇਹ ਤਜਰਬਾ ਭਾਰਤ ਦੇ ਗਗਨਯਾਨ ਮਿਸ਼ਨ ਵਿੱਚ ਕੰਮ ਆਵੇਗਾ, ਜੋ ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਮਿਸ਼ਨ ਹੈ ਅਤੇ 2027 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਮੈਕਸੀਕੋ ਦੇ ਗੁਆਨਾਜ਼ੁਆਟੋ ਰਾਜ ਦੇ 에ਅਰਪੋਰਟ ਸ਼ਹਿਰ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਹੋਈ ਗੋਲੀਬਾਰੀ ਨੇ ਸਾਰੀ ਦੁਨੀਆ ਦਾ ਧਿਆਨ ਖਿੱਚ ਲਿਆ ਹੈ। ਸੈਂਟ ਜੌਨ ਬੈਪਟਿਸਟ ਦੇ ਜਨਮ ਦਿਨ ਦੇ ਜਸ਼ਨ ਦੌਰਾਨ ਜਦੋਂ ਲੋਕ ਗਲੀ ਵਿੱਚ ਨੱਚ ਰਹੇ ਅਤੇ ਸ਼ਰਾਬ ਪੀ ਰਹੇ ਸਨ, ਅਚਾਨਕ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। 12 ਲੋਕਾਂ ਦੀ ਮੌਤ ਹੋ ਗਈ ਹੈ, 20 ਤੋਂ ਵੱਧ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਰਾਤ ਦੇ ਸਮੇਂ ਹਮਲਾ ਹੋਇਆ ਹੈ ਜਦੋਂ ਸਮੂਹ ਲੋਕ ਧਾਰਮਿਕ ਪਾਰਟੀ 'ਚ ਸ਼ਾਮਲ ਸਨ। ਵੀਡੀਓਜ਼ ਵਿੱਚ ਦਿਖਾਇਆ ਗਿਆ ਕਿ ਲੋਕ ਗੋਲੀਬਾਰੀ ਤੋਂ ਬਚਣ ਲਈ ਭੱਜ ਰਹੇ ਹਨ। ਪੀੜਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਪ੍ਰਸ਼ਾਸਨਿਕ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਧਿਕਾਰੀ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੋਮ ਨੇ ਹਮਲੇ ਤੇ ਦੁੱਖ ਪ੍ਰਗਟ ਕੀਤਾ ਅਤੇ ਜਾਂਚ ਦੇ ਹੁਕਮ ਦਿੱਤੇ ਹਨ। ਤੁਹਾਨੂੰ ਦੱਸਵਾਂ ਕਿ ਗੁਆਨਾਜ਼ੁਆਟੋ ਮੈਕਸੀਕੋ ਦੇ ਸਭ ਤੋਂ ਹਿੰਸਕ ਰਾਜਾਂ ਵਿੱਚੋਂ ਇੱਕ ਹੈ, ਜਿੱਥੇ ਸੰਗਠਿਤ ਅਪਰਾਧ ਸਮੂਹ ਨਿਯੰਤਰਣ ਲਈ ਲੜਦੇ ਹਨ। 2025 ਦੇ ਪਹਿਲੇ 5 ਮਹੀਨਿਆਂ ਵਿੱਚ ਇੱਥੇ 1435 ਕਤਲ ਹੋਏ, ਜੋ ਦੇਸ਼ ਦੇ ਕਿਸੇ ਵੀ ਹੋਰ ਰਾਜ ਨਾਲੋਂ ਵੱਧ ਸਨ। ਪਿਛਲੇ ਮਹੀਨੇ ਵੀ ਇੱਥੇ ਇੱਕ ਕੈਥੋਲਿਕ ਚਰਚ ਪਾਰਟੀ ਤੇ ਹਮਲੇ ਦੌਰਾਨ 7 ਲੋਕ ਮਾਰੇ ਗਏ ਹਨ। ਇਹ ਹਮਲਾ ਮੈਕਸੀਕੋ ਵਿੱਚ ਵੱਧ ਰਹੀ ਗੈਰ ਕਾਨੂੰਨੀ ਹਿੰਸਾ ਅਤੇ ਸੁਰੱਖਿਆ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ। ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਜ਼ਰਾਈਲ ਨੇ 13 ਜੂਨ ਦੀ ਸਵੇਰ ਨੂੰ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਹਮਲਾ ਕੀਤਾ। ਇਜ਼ਰਾਈਲ ਨੇ ਇਸ ਫੌਜੀ ਕਾਰਵਾਈ ਨੂੰ ਆਪਰੇਸ਼ਨ ਰਾਈਜ਼ਿੰਗ ਲਾਈਨ ਦਾ ਨਾਮ ਦਿੱਤਾ। ਭਾਵੇਂ ਇਜ਼ਰਾਈਲ ਨੇ ਈਰਾਨ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ, ਪਰ ਅਮਰੀਕਾ ਵੀ ਇਸ ਫੌਜੀ ਕਾਰਵਾਈ ਤੇ ਨਜ਼ਰ ਰੱਖ ਰਿਹਾ ਸੀ। ਦਰਅਸਲ ਇਜ਼ਰਾਈਲ ਅਤੇ ਅਮਰੀਕਾ ਦਾ ਇੱਕੋ ਹੀ ਉਦੇਸ਼ ਹੈ ਕਿ ਈਰਾਨ ਨੂੰ ਕਿਸੇ ਵੀ ਕੀਮਤ ਤੇ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਿਆ ਜਾਵੇ। ਫੌਜੀ ਕਾਰਵਾਈ ਦੌਰਾਨ ਇਜ਼ਰਾਈਲੀ ਫੌਜ ਲਗਾਤਾਰ ਈਰਾਨ ਦੇ ਵੱਖ-ਵੱਖ ਸ਼ਹਿਰਾਂ ਤੇ ਬੰਬਾਰੀ ਕਰ ਰਹੀ ਸੀ, ਪਰ ਇਜ਼ਰਾਈਲ ਲਈ ਈਰਾਨ ਦੇ 3 ਮਹੱਤਵਪੂਰਨ ਪਰਮਾਣੂ ਠਿਕਾਣਿਆਂ ਤੇ ਹਮਲਾ ਕਰਨਾ ਆਸਾਨ ਨਹੀਂ ਸੀਗਾ। ਇਹ 3 ਪਰਮਾਣੂ ਠਿਕਾਣੇ ਨਤਾਂਜ਼, ਇਸਫਾਹਾਨ ਅਤੇ ਫੋਰਡੋ ਹਨ। ਇੱਕ ਪਾਸੇ ਜਦੋਂ ਇਜ਼ਰਾਈਲ ਅਤੇ ਈਰਾਨ ਵਿਚਕਾਰ ਫੌਜੀ ਟਕਰਾਅ ਚੱਲ ਰਿਹਾ ਸੀ, ਦੂਜੇ ਪਾਸੇ ਅਮਰੀਕਾ ਇਨ੍ਹਾਂ 3 ਠਿਕਾਣਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾ ਰਿਹਾ ਸੀ। 22 ਜੂਨ ਦੀ ਸਵੇਰ ਨੂੰ ਅਮਰੀਕਾ ਨੇ ਇਨ੍ਹਾਂ 3 ਪਰਮਾਣੂ ਠਿਕਾਣਿਆਂ ਤੇ ਬੰਬ ਸੁੱਟੇ। ਅਮਰੀਕਾ ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਬੰਕਰ
ਪੀਅਰਸਿੰਗ ਬੰਬ ਦੇ ਨਾਲ B2 ਸਪਿਰਿਟ ਸਟਿਲਥ ਬੰਬਰਾਂ ਰਾਹੀਂ ਤਿੰਨਾਂ ਠਿਕਾਣਿਆਂ ਤੇ ਹਮਲਾ ਕੀਤਾ। ਇਸ ਹਮਲੇ ਨੇ ਈਰਾਨ ਦੇ ਤਿੰਨਾਂ ਪਰਮਾਣੂ ਪਲਾਂਟਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਅਮਰੀਕਾ ਨੇ ਦਾਅਵਾ ਕੀਤਾ ਕਿ ਇਸ ਹਮਲੇ ਨਾਲ ਈਰਾਨ ਦਾ ਪਰਮਾਣੂ ਹਥਿਆਰ ਬਣਾਉਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਅਮਰੀਕਾ ਨੇ ਇਹ ਵੀ ਕਿਹਾ ਕਿ ਈਰਾਨ ਹੁਣ ਲੰਬੇ ਸਮੇਂ ਤੋਂ ਪਰਮਾਣੂ ਬੰਬ ਨਹੀਂ ਬਣਾ ਸਕਦਾ। ਹਾਲਾਂਕਿ ਈਰਾਨ ਨੇ ਦਾਅਵਾ ਕੀਤਾ ਕਿ ਅਮਰੀਕੀ ਹਮਲਿਆਂ ਦਾ ਉਹਨਾਂ ਦੇ ਪਰਮਾਣੂ ਪ੍ਰੋਗਰਾਮ ਤੇ ਬਹੁਤਾ ਪ੍ਰਭਾਵ ਨਹੀਂ ਪਿਆ ਹੈ। ਕਈ ਸਿਧਾਂਤ ਇਹ ਵੀ ਸਾਹਮਣੇ ਆਏ ਹਨ ਕਿ ਈਰਾਨ ਨੇ ਹਮਲੇ ਤੋਂ ਪਹਿਲਾਂ ਪਰਮਾਣੂ ਹਥਿਆਰਾਂ ਦੇ ਨਾਲ ਸੰਬੰਧਿਤ ਸਮੱਗਰੀ ਨੂੰ ਕਿਤੇ ਹੋਰ ਤਬਦੀਲ ਕਰ ਦਿੱਤਾ ਸੀ, ਪਰ ਤਿੰਨਾਂ ਪਰਮਾਣੂ ਠਿਕਾਣਿਆਂ ਤੇ ਹਮਲੇ ਤੋਂ ਬਾਅਦ ਸਾਹਮਣੇ ਆਇਆ ਸੈਟੇਲਾਈਟ ਤਸਵੀਰਾਂ ਟਰੰਪ ਦੇ ਦਾਅਵਿਆਂ ਦਾ ਸਮਰਥਨ ਕਰਦੀਆਂ ਹਨ। ਯਾਨੀ ਕਿ ਸੈਟੇਲਾਈਟ ਤਸਵੀਰਾਂ ਕੁਝ ਹੋਰ ਬਿਆਨ ਕਰ ਰਹੀਆਂ ਹਨ। ਇਨ੍ਹਾਂ ਸੈਟੇਲਾਈਟ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨਾਂ ਪਰਮਾਣੂ ਠਿਕਾਣਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਜਦਕਿ ਈਰਾਨ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਨੂੰ ਬਹੁਤ ਮਾਮੂਲੀ ਨੁਕਸਾਨ ਹੋਇਆ ਹੈ। ਸੈਟੇਲਾਈਟ ਤਸਵੀਰਾਂ ਵਿੱਚ ਫੋਰਡੋ ਪਲਾਂਟ ਪੂਰੀ ਤਰ੍ਹਾਂ ਨੁਕਸਾਨਿਆ ਹੋਇਆ ਦਿਖਾਈ ਦੇ ਰਿਹਾ ਸੀ। ਈਰਾਨ ਨੇ ਫੋਰਡੋ ਪਲਾਂਟ ਨੂੰ ਇੱਕ ਅਦਭੁਤ ਕਿਲੇ ਵਿੱਚ ਬਦਲ ਦਿੱਤਾ ਸੀ। ਇਸ ਪਲਾਂਟ ਨੂੰ ਤਬਾਹ ਕਰਨਾ ਪਹਾੜ ਨੂੰ ਹਿਲਾਉਣ ਵਾਂਗ ਸੀਗਾ। ਈਰਾਨ ਨੇ ਇਹ ਪਲਾਂਟ ਪਹਾੜ ਦੇ ਹੇਠਾਂ ਅਤੇ ਜ਼ਮੀਨ ਤੋਂ ਲਗਭਗ 300 ਫੁੱਟ ਹੇਠਾਂ ਬਣਾਇਆ ਹੈ। ਖਾਸ ਗੱਲ ਇਹ ਸੀ ਕਿ ਇਹ ਪਲਾਂਟ ਵਿਸ਼ੇਸ਼ ਤੌਰ ਤੇ ਹਵਾਈ ਹਮਲਿਆਂ ਤੋਂ ਬਚਣ ਲਈ ਤਿਆਰ ਕੀਤਾ ਗਿਆ ਸੀ। ਇਹ ਪਲਾਂਟ ਬਹੁਤ ਜ਼ਿਆਦਾ ਭਰਪੂਰ ਯੂਰੇਨੀਅਮ ਪੈਦਾ ਕਰ ਰਿਹਾ ਸੀ, ਜੋ ਕਿ 2 ਪਰਮਾਣੂ ਬੰਬ ਬਣਾਉਣ ਲਈ ਬਹੁਤ ਜ਼ਰੂਰੀ ਸੀ। ਇਸਫਾਹਾਨ ਪਲਾਂਟ ਵਿਖੇ ਯੈਲੋਕੇਕ ਨੂੰ ਯੂਰੇਨੀਅਮ ਹੈਕਸਾਫਲੋਰਾਈਡ ਵਿੱਚ ਬਦਲਿਆ ਜਾ ਰਿਹਾ ਸੀ। ਇਸ ਪਲਾਂਟ ਵਿਖੇ ਰਿਐਕਟਰ ਬਾਲਣ ਤਿਆਰ ਕੀਤਾ ਜਾ ਰਿਹਾ ਸੀ। ਪਰਮਾਣੂ ਹਥਿਆਰਾਂ ਲਈ ਯੂਰੇਨੀਅਮ ਧਾਤ ਤਿਆਰ ਕੀਤੀ ਜਾ ਰਹੀ ਸੀ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਹਮਲਿਆਂ ਵਿੱਚ ਦੇਸ਼ ਦੇ ਪਰਮਾਣੂ ਪਲਾਂਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਲਾਂਕਿ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਅਮਰੀਕੀ ਹਮਲੇ ਕਾਰਨ ਪਰਮਾਣੂ ਪਲਾਂਟ ਪੂਰੀ ਤਰ੍ਹਾਂ ਤਬਾਹ ਹੋ ਗਿਆ। ਮਿਸੀਸਾਗਾ ਵਿਖੇ ਸ਼ਾਮ ਇੱਕ ਬੱਸ ਨੂੰ ਅੱਗ ਲੱਗ ਗਈ ਅਤੇ ਖੁਸ਼ਕਿਸਮਤੀ ਨਾਲ ਬੱਸ ਡਰਾਈਵਰ ਅਤੇ ਇਸ ਵਿੱਚ ਸਵਾਰ 5 ਮੁਸਾਫਰ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਰਹੇ। ਮਿਸੀਸਾਗਾ ਸ਼ਹਿਰ ਵੱਲੋਂ ਜਾਰੀ ਬਿਆਨ ਮੁਤਾਬਕ ਹਾਦਸਾ ਜੋ ਸੀਗਾ ਐਵੇਨਿਊ ਇਲਾਕੇ ਵਿੱਚ ਵਾਪਰਿਆ। ਬੱਸ ਡਰਾਈਵਰ ਨੇ ਆਪਣੇ ਅਤੇ ਮੁਸਾਫਰਾਂ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਸਭਨਾਂ ਨੂੰ ਸੁਰੱਖਿਅਤ ਬਾਹਰ ਨਿਕਲਣ ਵਿੱਚ ਮਦਦ ਕੀਤੀ। 5 ਮੁਸਾਫਰ ਅਤੇ ਡਰਾਈਵਰ ਵਾਲ-ਵਾਲ ਬਚੇ ਹਨ। ਸੜਕ ਤੇ ਖੜੀ ਬੱਸ ਨੂੰ ਅੱਗ ਲੱਗਣ ਅਤੇ ਇਸ ਨੂੰ ਬੁਝਾਉਣ ਵਿੱਚ ਜੁਟੇ ਫਾਇਰ ਫਾਈਟਰਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀਆਂ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਬੱਸ ਨੂੰ ਟੋ ਕਰਕੇ ਟ੍ਰਾਂਜ਼ਿਟ ਗੈਰਾਜ ਵਿੱਚ ਲਿਜਾਇਆ ਗਿਆ, ਜਿੱਥੇ ਪੜਤਾਲ ਨੂੰ ਅੱਗੇ ਵਧਾਇਆ ਜਾਵੇਗਾ। ਮਿਸੀਸਾਗਾ ਦੀ ਟ੍ਰਾਂਜ਼ਿਟ ਸੇਵਾ ਵੱਲੋਂ ਮੌਕੇ ਤੇ ਪੁੱਜੇ ਫਾਇਰ ਫਾਈਟਰਸ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਸਮੇਂ ਸਿਰ ਦਿੱਤੇ ਹੁੰਗਾਰੇ ਤੇ ਸ਼ੁਕਰੀਆ ਅਦਾ ਕੀਤਾ ਗਿਆ। ਕੈਨੇਡਾ ਦੇ BC ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਅਪ੍ਰੈਲ ਮਹੀਨੇ ਦੌਰਾਨ 165 ਜਾਣਿਆਂ ਨੇ ਆਪਣੀ ਜਾਨ ਗਵਾਈ। BC ਕੋਰਨਰ ਸਰਵਿਸ ਵੱਲੋਂ ਜਾਰੀ ਤਾਜ਼ਾ ਅੰਕੜੇ ਫਰਵਰੀ ਅਤੇ ਮਾਰਚ ਦੇ ਮੁਕਾਬਲੇ ਵੱਧ ਬਣਦੇ ਹਨ। ਜਦੋਂ ਫਰਵਰੀ ਦੌਰਾਨ 132 ਜਾਣਿਆਂ ਦੀ ਜਾਨ ਗਈ ਅਤੇ ਮਾਰਚ ਦੌਰਾਨ 143 ਜਾਣਿਆਂ ਨੇ ਦਮ ਤੋੜਿਆ। ਮੌਜੂਦਾ ਵਰ੍ਹੇ ਦੌਰਾਨ ਸਭ ਤੋਂ ਵੱਧ 185 ਮੌਤਾਂ ਫਰੇਜ਼ਰ ਹੈਲਥ ਰੀਜਨ ਵਿੱਚ ਹੋਈਆਂ, ਜਦਕਿ ਵੈਂਕੂਵਰ ਕੋਸਟਲ ਹੈਲਥ ਰੀਜਨ ਵਿੱਚ 155 ਮੌਤਾਂ ਹੋਣ ਦੀ ਰਿਪੋਰਟ ਹੈ। ਅਪ੍ਰੈਲ ਮਹੀਨੇ ਦੇ ਅੰਕੜਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਨਸ਼ਿਆਂ ਦੀ ਓਵਰਡੋਜ਼ ਕਾਰਨ ਰੋਜ਼ਾਨਾ 5.5 ਮੌਤਾਂ ਹੋਈਆਂ, ਜੋ ਮੌਜੂਦਾ ਵਰ੍ਹੇ ਦਾ ਸਭ ਤੋਂ ਉੱਚਾ ਅੰਕੜਾ ਦੱਸਿਆ ਜਾ ਰਿਹਾ ਹੈ। 47% ਮੌਤਾਂ ਨਿੱਜੀ ਰਿਹਾਇਸ਼ ਵਿੱਚ ਹੋਈਆਂ, ਜਦਕਿ 21% ਮੌਤਾਂ ਜੋ ਨੇ ਲੋਕਾਂ ਨੇ ਖੁੱਲੇ ਆਸਮਾਨ ਹੇਠ ਆਪਣਾ ਦਮ ਤੋੜਿਆ। BC ਗ੍ਰੀਨ ਪਾਰਟੀ ਦੇ ਅੰਤਰਮ ਆਗੂ ਜੈਰੇਮੀ ਨੇ NDP ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜ਼ਹਿਰੀਲੀਆਂ ਦਵਾਈਆਂ ਦਾ ਸੰਕਟ ਵੱਡਾ ਜਾਨੀ ਨੁਕਸਾਨ ਕਰ ਰਿਹਾ ਹੈ। ਖੁੱਲੇ ਆਸਮਾਨ ਹੇਠ ਹੋਣ ਵਾਲੀਆਂ ਮੌਤਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ 2022 ਵਿੱਚ ਇਹ ਅੰਕੜਾ 15% ਦਰਜ ਕੀਤਾ ਗਿਆ, ਜੋ ਹੁਣ ਵੱਧ ਕੇ 21% ਹੋ ਚੁੱਕਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੁੱਲ ਮੌਤਾਂ ਵਿੱਚੋਂ 67% ਲੋਕਾਂ ਦੀ ਉਮਰ 30 ਸਾਲ ਤੋਂ 59 ਸਾਲ ਦਰਮਿਆਨ ਦਰਜ ਕੀਤੀ ਗਈ, ਜਦਕਿ 74% ਮਰਦ ਅਤੇ ਬਾਕੀ ਔਰਤਾਂ ਸਨ। ਦੂਜੇ ਪਾਸੇ ਪਿਛਲੇ ਸਾਲ ਜਨਵਰੀ ਤੋਂ ਅਕਤੂਬਰ ਤੱਕ 1925 ਜਾਣਿਆਂ ਨੇ ਓਵਰਡੋਜ਼ ਕਾਰਨ ਆਪਣੀ ਜਾਨ ਗਵਾਈ ਅਤੇ ਇਹ ਅੰਕੜਾ 2023 ਦੇ ਮੁਕਾਬਲੇ ਪਹਿਲੇ 10 ਮਹੀਨਿਆਂ ਦੇ ਮੁਕਾਬਲੇ 10% ਘੱਟ ਬਣਦਾ ਹੈ। BC ਕੋਰਨਰ ਸਰਵਿਸ ਵੱਲੋਂ ਭਵਿੱਖ ਵਿੱਚ ਜਾਨੀ ਨੁਕਸਾਨ ਦੇ ਅੰਕੜੇ ਹੇਠਾਂ ਆਉਣ ਦੀ ਉਮੀਦ ਜ਼ਾਹਰ ਕੀਤੀ ਗਈ ਹੈ। ਜਾਨੀ ਨੁਕਸਾਨ ਵਿੱਚ ਕਮੀ ਆਉਣ ਦੇ ਬਾਵਜੂਦ ਨਸ਼ੀਲੇ ਪਦਾਰਥ BC ਵਿੱਚ ਗੈਰ ਕੁਦਰਤੀ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਹਨ। ਸੂਬੇ ਵਿੱਚ ਹੁੰਦੇ ਕਾਤਲਾਂ, ਖੁਦਕੁਸ਼ੀਆਂ, ਹਾਦਸਿਆਂ ਅਤੇ ਬਿਮਾਰੀਆਂ ਕਾਰਨ ਮਰਨ ਵਾਲਿਆਂ ਤੋਂ ਜ਼ਿਆਦਾ
ਜਾਨੀ ਨੁਕਸਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਿਹਾ ਹੈ। ਤਕਰੀਬਨ ਹਰ ਉਮਰ ਵਰਗ ਦੇ ਲੋਕ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ, ਪਰ ਅੰਤਕ ਯਤਨਾਂ ਸਦਕਾ ਮੌਤਾਂ ਦਾ ਅੰਕੜਾ ਕਾਫੀ ਹੱਦ ਤੱਕ ਹੇਠਾਂ ਆਇਆ ਹੈ। ਇਸ ਨੂੰ ਹੋਰ ਹੇਠਾਂ ਲਿਆਉਣ ਦੇ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਸਭ ਤੋਂ ਜ਼ਿਆਦਾ ਮੌਤਾਂ ਦਾ ਕਾਰਨ ਫੈਂਟਾਨੀਲ ਹੀ ਦੱਸੀ ਜਾ ਰਹੀ ਹੈ ਅਤੇ 87% ਤੋਂ ਵੱਧ ਜਾਨਾਂ ਇਸ ਖਤਰਨਾਕ ਨਸ਼ੇ ਕਾਰਨ ਗਈਆਂ। ईरान ने भारतीय का शुक्रिया किया। इजरायली ते अमरीकी हमलियां दौरान मिली हमाई तो खुश हुंदियां ईरान ने भारत के नागरिकों, राजनीतिक पार्टियां, संसद मैंबरां, समाजिक संगठनां, धार्मिक नेतावां, पत्रकारां ते विद्यार्थियों का धन्नवाद किया। नवी दिल्ली विच ईरानी दूतावास ने कहा कि भारत तो मिले समर्थन ने ईरानी लोगों का हौसला बढ़ाया है। ईरान ने कहा है कि यह सिर्फ राजनीति नहीं सगों यह शांति, न्याय ते अंतरराष्ट्रीय कानून के समर्थन की एक उदाहरण है। ਬਿਆਨ ਵਿੱਚ ਕਿਹਾ ਗਿਆ ਹੈ ਕਿ ਈਰਾਨ ਹਮੇਸ਼ਾ ਸ਼ਾਂਤੀ ਅਤੇ ਨਿਆਂ ਦੀ ਗੱਲ ਕਰਦਾ ਹੈ। ਭਾਰਤ ਤੇ ਈਰਾਨ ਵਿਚਕਾਰ ਪੁਰਾਣੇ ਸੱਭਿਆਚਾਰਕ ਤੇ ਮਾਨਵਤਾਵਾਦੀ ਸੰਬੰਧ ਹਨ ਜੋ ਇਸ ਸਮਰਥਨ ਨੂੰ ਮਜ਼ਬੂਤ ਬਣਾਉਂਦੇ ਹਨ। ਸਗੋਂ ਇਹ IAEA ਯਾਨੀ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਦਿਸ਼ਾ ਨਿਰਦੇਸ਼ਾਂ ਤੇ ਵੀ ਵਿਰੁੱਧ ਹੈ। ਬਿਆਨ ਵਿੱਚ ਬ੍ਰਿਕਸ ਨੇ ਤਣਾਅ ਘਟਾਉਣ ਤੇ ਮਤਭੇਦਾਂ ਨੂੰ ਸ਼ਾਂਤੀਪੂਰਨ ਤਰੀਕਿਆਂ ਨਾਲ ਹੱਲ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਸਾਰੀਆਂ ਧਿਰਾਂ ਜੰਗ ਦਾ ਰਸਤਾ ਛੱਡ ਕੇ ਕੂਟਨੀਤੀ ਵੱਲ ਵਾਪਸ ਆਉਣ ਤੇ ਗੱਲਬਾਤ ਰਾਹੀਂ ਹੱਲ ਲੱਭਣ। ਦੱਸ ਦਈਏ ਕਿ ਇਜ਼ਰਾਈਲ ਈਰਾਨ ਜੰਗ ਵਿਚਾਲੇ ਅਮਰੀਕਾ ਦੀ ਬੇਹੱਦ ਬੇਇੱਜ਼ਤੀ ਹੋ ਰਹੀ ਹੈ। ਰਾਸ਼ਟਰਪਤੀ ਟਰੰਪ ਖਿਲਾਫ ਅਮਰੀਕਾ ਦੇ ਅੰਦਰੋਂ ਹੀ ਆਵਾਜ਼ਾਂ ਉੱਠਣ ਲੱਗੀਆਂ ਹਨ। ਇਸ ਦੌਰਾਨ ਹੀ ਅਮਰੀਕੀ ਮੀਡੀਆ ਹਾਊਸ CNN ਦੇ ਨਿਊਯਾਰਕ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਵੀ ईरान का परमाणु प्रोग्राम तबाह नहीं होया। इस दावे मगरों ट्रंप कसूते किरदे नजर आ रहे हैं। मीडिया रिपोर्टां मुताबक यह दावा एक गुप्त रिपोर्ट के आधार ते कीता गया। यह रिपोर्ट ईरान ते अमरीकी हमले नाल होए नुकसान का अंदाजा लाउण बारे है। एक गुप्त सूत्र ने CNN नूं दस्सिया कि हमले कारण ईरान का परमाणु प्रोग्राम सिर्फ कुछ महीनों लई पछड़ गया है। उधर राष्ट्रपति डोनाल्ड ट्रंप ने एक्स ते पोस्ट करके इन्हां दाविਆਂ ਨੂੰ ਰੱਦ ਕੀਤਾ है। उन्होंने CNN ਤੇ NYT ਦੀਆਂ ਰਿਪੋਰਟਾਂ ਨੂੰ ਜਾਲੀ ਖਬਰਾਂ ਕਰਾਰ ਦਿੱਤਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜੇਕਰ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਮਰੀਕਾ ਦੁਬਾਰਾ ਹਮਲਾ ਕਰੇਗਾ। ਟਰੰਪ ਨੇ ਕਿਹਾ ਈਰਾਨ ਦਾ ਅੰਤਮ ਟੀਚਾ ਪਰਮਾਣੂ ਹਥਿਆਰ ਤਿਆਰ ਕਰਨਾ ਹੈ। ਉਹ ਇਸ ਨੂੰ ਪੂਰਾ ਕਰਨਾ ਚਾਹੁੰਦੇ ਹਨ। ਗਾਜ਼ਾ ਪੱਟੀ ਦੇ ਖਾਨ ਯੂਨਿਸ ਸ਼ਹਿਰ 'ਚ ਇਜ਼ਰਾਈਲ ਦੇ ਇੱਕ ਬਖਤਰਬੰਦ ਵਾਹਨ 'ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ 'ਚ 7 ਇਜ਼ਰਾਈਲੀ ਫੌਜੀਆਂ ਦੀ ਮੌਤ ਹੋ ਗਈ। एक इजरायली फौजी अधिकारी ने यह जानकारी दी है। गाजा च इजरायली फौज ਲਈ ਇਹ ਸਭ ਤੋਂ ਖਤਰਨਾਕ ਘਟਨਾਵਾਂ ਚੋਂ ਇੱਕ ਦੱਸੀ ਜਾ ਰਹੀ ਹੈ, ਜਦਕਿ ਹਮਾਸ ਨੇ ਦਾਅਵਾ ਕੀਤਾ ਕਿ ਉਸਦੇ ਮਿਜ਼ਾਈਲ ਹਮਲੇ 'ਚ ਫੌਜੀਆਂ ਦੀ ਜਾਨ ਗਈ ਹੈ। ਜ਼ਿਕਰਯੋਗ ਹੈ ਕਿ 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਤੋਂ ਬਾਅਦ ਹੁਣ ਤੱਕ 860 ਇਜ਼ਰਾਇਲੀ ਫੌਜੀਆਂ ਦੀ ਮੌਤ ਹੋਈ ਹੈ, ਜਿਨ੍ਹਾਂ ਚੋਂ 400 ਤੋਂ ਵੱਧ ਦੀ ਗਾਜ਼ਾ 'ਚ ਲੜਾਈ ਦੌਰਾਨ ਜਾਨ ਚਲੀ ਗਈ। ਇਜ਼ਰਾਇਲੀ ਫੌਜ ਅਨੁਸਾਰ ਖਾਨ ਯੂਨਿਸ 'ਚ मंगलवार ਨੂੰ ਹੀ ਗੋਲੀਬਾਰੀ ਦੀ ਵੀ ਘਟਨਾ ਹੋਈ ਹੈ ਜਿਸ 'ਚ ਇੱਕ ਫੌਜੀ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ, ਜਦਕਿ ਹਮਾਸ ਦੀ ਫੌਜੀ ਸ਼ਾਖਾ ਅਲ ਕਾਸਿਮ ਬ੍ਰਿਗੇਡ ਨੇ ਆਪਣੇ ਟੈਲੀਗ੍ਰਾਮ ਚੈਨਲ ਤੇ ਕਿਹਾ ਕਿ ਉਸਨੇ ਦੱਖਣੀ ਗਾਜ਼ਾ 'ਚ ਇੱਕ ਰਿਹਾਇਸ਼ੀ ਇਮਾਰਤ ਦੇ ਅੰਦਰ ਲੁਕੇ ਇਜ਼ਰਾਈਲੀ ਫੌਜੀਆਂ ਤੇ ਘਾਤ ਲਗਾ ਕੇ ਹਮਲਾ ਕੀਤਾ ਹੈ। ਹਮਾਸ ਨੇ ਦਾਅਵਾ ਕੀਤਾ ਕਿ ਖਾਨ ਯੂਨਿਸ 'ਚ ਇੱਕ ਯਾਸੀਨ 105 ਮਿਜ਼ਾਈਲ ਅਤੇ ਇੱਕ ਹੋਰ ਮਿਜ਼ਾਈਲ ਦੀ ਲਪੇਟ 'ਚ ਆਉਣ ਦੇ ਨਾਲ ਕੁਝ ਫੌਜੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹੋ ਗਏ ਹਨ, ਜਦਕਿ ਇਮਾਰਤ ਨੂੰ ਮਸ਼ੀਨ ਨਾਲ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੀ ਇਹ ਦੋਵੇਂ ਘਟਨਾਵਾਂ ਇੱਕ ਹੀ ਹਨ। ਇਹ ਘਟਨਾਵਾਂ ਅਜਿਹੇ ਸਮੇਂ 'ਚ ਹੋਈਆਂ ਹਨ ਜਦੋਂ ਗਾਜ਼ਾ 'ਚ ਲਗਭਗ 20 ਮਹੀਨਿਆਂ ਤੋਂ ਹਮਾਸ ਵਿਰੁੱਧ ਚਲਾਈ ਜਾ ਰਹੀ ਇਜ਼ਰਾਈਲ ਦੀ ਮੁਹਿੰਮ 'ਚ ਫਲਸਤੀਨੀਆਂ ਦੀ ਮੌਤ ਦਾ ਅੰਕੜਾ 54,000 ਦੇ ਪਾਰ ਪਹੁੰਚ ਗਿਆ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।